Good morning, students. Once again, welcome to my YouTube channel. Today, I am discuss about to the class 10th. Your topic is pair of words generally confused. This topic is related to the grammar part of the class 10th, and this is related to the vocabulary section. In this session, we are discussing about to the which words has been always confused to the pupils, and I will also be giving some tricks how to learn these and remember these things, because this is a 4 marks part in our final examination, so it is a very important things not only for our exam, it is also be a very useful things for else, and learn about to the English words. Now, without wasting your time, we are starting this session. The definition of this pairs of confusing words is common confused words. There are some words in English causes troubles for speakers and writers because these words share the similar pronunciation meanings or a spelling with another words. So these words is called commonly confused words. They are words that are shared to the similar pronunciation meanings and spelling. ਕਨਫਿਊਜ਼ਡ ਵਰਡਸ ਉਹ ਵਾਲੇ ਹੁੰਦੇ ਹਨ ਵੀ ਜਿਹੜੇ ਇੰਗਲਿਸ਼ ਦੇ ਵਿੱਚ ਸਾਡੇ ਲਈ ਸਭ ਤੋਂ ਵੱਡੀ ਪ੍ਰੋਬਲਮ ਕ੍ਰੀਏਟ ਕਰਦੇ ਆ ਜਦੋਂ ਕੋਈ ਬੰਦਾ ਬੋਲਦਾ ਵਾ ਜਾਂ ਕੋਈ ਲਿਖਦਾ ਵਾ। ਕਿਉਂਕਿ ਇਹਨਾਂ ਦੀ ਜਿਹੜੀ ਪ੍ਰੋਨਾਊਂਸੀਏਸ਼ਨ ਹੁੰਦੀ ਹੈ, ਯਾਨੀ ਕਿ ਇਹਨਾਂ ਉਚਾਰਨ ਆ, ਇਹਨਾਂ ਦਾ ਮਤਲਬ ਆ ਜਾਂ ਇਹਨਾਂ ਦੇ ਸ਼ਬਦਾਵਲੀ ਆ, ਉਹ ਸਾਰੇ ਕੀ ਨੇ, ਇੱਕ ਦੂਸਰੇ ਨਾਲ ਬੜੀਆਂ ਸਿਮਿਲਰ ਹੁੰਦੀਆਂ ਨੇ ਜਾਂ ਮਿਲਦੀਆਂ ਜੁਲਦੀਆਂ ਹੁੰਦੀਆਂ, ਤਾਂ ਕਰਕੇ ਹੀ ਇਹਦਾ ਨਾਮ ਰੱਖਿਆ ਗਿਆ ਕਾਮਨਲ ਕਨਫਿਊਜ਼ਡ ਵਰਡਸ। ਇਹ ਜ਼ਿਆਦਾਤਰ ਇਹਦੀ ਜਿਹੜੀ ਬੋਲਣ ਆ ਤੇ ਮੀਨਿੰਗ ਇਹ ਹਮੇਸ਼ਾ ਜ਼ਿਆਦਾਤਰ ਸਿਮਿਲਰ ਹੁੰਦੇ ਆ। ਤਾਂ ਹੁਣ ਅਸੀਂ ਇਹਨਾਂ ਨੂੰ ਲਰਨ ਕਿੱਦਾਂ ਕਰੀਏ? ਸਭ ਤੋਂ ਵੱਡੀ ਪ੍ਰੋਬਲਮ ਵੀ ਇਹਨਾਂ ਨੂੰ ਲਰਨ ਕਿੱਦਾਂ ਕੀਤਾ ਜਾਵੇ, ਇਹਦੇ ਲਈ ਅਸੀਂ ਫੋਲੋਇੰਗ ਜਿਹੜੀਆਂ ਸਟ੍ਰੈਟਜੀਜ਼ ਨੇ ਉਹ ਮੈਂ ਤੁਹਾਨੂੰ ਦੇ ਰਿਹਾ ਹਾਂ, ਜਿਹੜੀ ਕਿ ਤੁਸੀਂ ਈਜ਼ੀਲੀ ਇਹਦੇ ਨਾਲ ਲਰਨ ਕਰ ਸਕਦੇ ਹੋ ਤੇ ਇਹਨਾਂ ਨੂੰ ਸਮਝ ਸਕਦੇ ਹੋ। ਫਸਟ, ਯੂਜ਼ ਅ ਡਿਕਸ਼ਨਰੀ, ਵੀ ਜਦੋਂ ਵੀ ਤੁਸੀਂ ਇਹ ਵਰਡਸ ਪੜ੍ਹਨੇ ਆ ਤਾਂ ਤੁਸੀਂ ਡਿਕਸ਼ਨਰੀ ਨੂੰ ਜ਼ਰੂਰ ਯੂਜ਼ ਕਰਨਾ ਵਾ। ਤੇ ਕੀਪ ਅ ਡਿਕਸ਼ਨਰੀ ਐਟ ਯੂਅਰ ਡਾਈਸ ਵਾਈਲ ਯੂ ਰਾਈਟਿੰਗ, ਵੀ ਜੇ ਤੁਸੀਂ ਕੁਝ ਲਿਖ ਵੀ ਰਹੇ ਹੋ ਤਾਂ ਵੀ ਤੁਸੀਂ ਕੀ ਆਪਣੇ ਕੋਲ ਡਿਕਸ਼ਨਰੀ ਰੱਖੋ, ਤਾਂ ਜੋ ਜਿਹੜੇ ਵਰਡਸ ਤੁਹਾਨੂੰ ਕਨਫਿਊਜ਼ ਕਰ ਰਹੇ ਨੇ ਜਾਂ ਜਿਨ੍ਹਾਂ ਦਾ ਮੀਨਿੰਗ ਤੁਹਾਨੂੰ ਸਮਝ ਨਹੀਂ ਆ ਰਿਹਾ ਡਿਕਸ਼ਨਰੀ ਤੋਂ ਦੇਖ ਸਕੋ। ਕੀਪ ਅ ਲਿਸਟ ਆਫ ਦੀ ਵਰਡਸ ਯੂ ਕਾਮਨਲੀ ਕਨਫਿਊਜ਼ਡ, ਵੀ ਜਿਹੜੇ ਤੁਹਾਨੂੰ ਵਰਡਸ ਜ਼ਿਆਦਾ ਕਨਫਿਊਜ਼ ਕਰਦੇ ਆ ਤਾਂ ਉਹਦਾ ਕੀ ਹੈ ਇੱਕ ਅਲੱਗ ਤੋਂ ਤੁਸੀਂ ਇੱਕ ਕਾਪੀ ਦੇ ਉੱਤੇ ਨੋਟ ਡਾਊਨ ਕਰ ਲਓ। ਵੀ ਅਵੇਅਰਸ ਦੀ ਵਰਡਸ ਦੈਟ ਆਫਨਸ ਟੂ ਦੇ ਕਨਫਿਊਜ਼ਡ, ਵੀ ਤੁਸੀਂ ਉਹਨਾਂ ਵਰਡਸ ਤੋਂ ਅਵੇਅਰ ਰਹਿਣਾ ਵਾ ਜਿਹੜੇ ਤੁਹਾਨੂੰ ਜ਼ਿਆਦਾ ਕਨਫਿਊਜ਼ ਕਰਦੇ ਆ। ਸਟੱਡੀ ਅ ਲਿਸਟ ਆਫ ਕਾਮਨਲੀ ਕਨਫਿਊਜ਼ਡ ਵਰਡਸ, ਵੀ ਜਿਹੜੇ ਤੁਹਾਡੇ ਕਨਫਿਊਜ਼ਡ ਵਰਡ ਨੇ ਉਹਦੀ ਲਿਸਟ ਬਣਾਓ ਤੇ ਉਹਨੂੰ ਬਾਰ-ਬਾਰ ਉਹਨੂੰ ਰਿਵਾਈਜ਼ ਕਰੋ ਤਾਂ ਤੁਹਾਨੂੰ ਈਜ਼ੀਲੀ ਹੀ ਉਹ ਚੀਜ਼ਾਂ ਯਾਦ ਹੋ ਜਾਂਦੀਆਂ ਨੇ। ਬਟ ਪ੍ਰੈਕਟਿਸ ਤੇ ਰਿਵੀਜ਼ਨ, ਇਹ ਦੋ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਜੇਕਰ ਤੁਸੀਂ ਕੋਈ ਵੀ ਚੀਜ਼ ਲਰਨ ਕਰਨੀ ਹੈ। ਨਾਓ ਸਟਾਰਟ ਵਿਦ ਦਿਸ ਸੈਸ਼ਨ। ਫਸਟ ਹੈਗਾ ਵਾ ਐਕਸੈਪਟ, ਇਹਦਾ ਮਤਲਬ ਹੁੰਦਾ ਸਵੀਕਾਰ ਕਰਨਾ, ACCEPT। ਇਹਦਾ ਮਤਲਬ ਕੀ ਹੁੰਦਾ? ਕੋਈ ਸਵੀਕਾਰ ਕਰ ਲੈਣਾ, ਜਿਵੇਂ ਹੀ ਐਕਸੈਪਟਡ ਮਾਈ ਆਫਰ, ਵੀ ਉਹਨੇ ਮੇਰੇ ਜਿਹੜਾ ਮੈਂ ਆਫਰ ਦਿੱਤੀ ਸੀ ਉਹਨੂੰ ਐਕਸੈਪਟ ਕਰ ਲਿਆ। ਇੱਕ ਹੈਗਾ ਐਕਸੈਪਟ ਈ ਦੇ ਨਾਲ, ਇਹਦਾ ਮਤਲਬ ਕੀ ਹੁੰਦਾ? ਤੋਂ ਬਿਨਾਂ, ਕਿਸੇ ਚੀਜ਼ ਤੋਂ ਬਿਨਾਂ। ਆਲ ਐਕਸੈਪਟ ਮੋਹਨ ਵਰ ਪ੍ਰੈਜ਼ੈਂਟ, ਵੀ ਮੋਹਨ ਨੂੰ ਛੱਡ ਕੇ ਬਾਕੀ ਸਾਰੇ ਕੀ ਸੀ? ਪ੍ਰੈਜ਼ੈਂਟ ਸੀਗੇ। ਸੈਕਿੰਡ ਵਰਡਸ ਐਲਟਰ, ਐਲਟਰ ਦਾ ਮਤਲਬ ਹੁੰਦਾ ਬਦਲਣਾ। ਜਿਹੜਾ ਈ ਵਾਲਾ ਵਾ ਇਹਦਾ ਮਤਲਬ ਕੀ ਆ? ਕਿਸੇ ਚੀਜ਼ ਨੂੰ ਬਦਲ ਲੈਣਾ। ਤੇ ਡੂ ਨਾਟ ਐਲਟਰ ਯੂਅਰ ਡਿਸੀਜਨ ਨਾਓ, ਵੀ ਤੁਸੀਂ ਆਪਣਾ ਜਿਹੜਾ ਫੈਸਲਾ ਲਿਆ ਵਾ ਉਹਨੂੰ ਹੁਣ ਦੁਬਾਰਾ ਬਦਲ ਨਹੀਂ ਸਕਦੇ। ਇੱਕ ਹੈਗਾ ਐਲਟਰ, ਇਹਦਾ ਮਤਲਬ ਹੁੰਦਾ ਪੂਜਾ ਸਥਾਨ। ਇਹ ਯਾਦ ਰੱਖਣਾ ਵਾ, ਜਿਹੜਾ LATAR, ਜਿਹੜਾ ਐਲਟਰ ਇਹ ਵਾਲਾ ਵਾ, ਇਹ ਕੀ ਆ ਤੁਹਾਨੂੰ, ਇਹ ਤੁਹਾਡੇ ਲਈ ਆ ਜਿਹੜੀ ਕਿਸੇ ਚੀਜ਼ ਦੇ ਪੂਜਾ ਸਥਲ ਲਈ ਆ। ਹੀ ਬੋਰਡ ਹਿਜ਼ ਹੈਡ ਐਟ ਟੂ ਦੀ ਐਲਟਰ, ਵੀ ਜੇ ਉਹਨੇ ਆਪਣਾ ਸਿਰ ਝੁਕਾਇਆ ਕਿਸੇ ਪੂਜਾ ਸਥਲ ਦੇ ਸਾਹਮਣੇ। ਅਡੈਪਟ, ਅੱਗੇ ਹੈਗਾ ਅਡੈਪਟ, ਅਡੈਪਟ ਜਿਹੜਾ ਏ ਦੇ ਨਾਲ ਪਿਆ ਹੋਇਆ। ਅਡੈਪਟ ਦਾ ਮਤਲਬ ਕੀ ਆ? ਆਹ ਵਾਲਾ ਅਡੈਪਟ, ਇਹਦਾ ਮਤਲਬ ਕੀ ਹੁੰਦਾ? ਯੂ ਸ਼ੁੱਡ ਅਡੈਪਟ ਯੂਅਰ ਸੈਲਫ ਦੀ ਨਿਊ ਸਿਸਟਮ। ਅਡੈਪਟ ਦਾ ਮਤਲਬ ਹੁੰਦਾ ਢਾਲਣਾ, ਵੀ ਤੁਸੀਂ ਕੀ ਆ ਜਿਹੜਾ ਨਵਾਂ ਸਿਸਟਮ ਚੱਲ ਰਿਹਾ ਤੁਸੀਂ ਆਪਣੇ ਆਪ ਨੂੰ ਉਹਦੇ ਅਕੋਰਡਿੰਗ ਢਾਲ ਲਵੋ। ਅੱਗੇ ਹੈਗਾ ਅਡੈਪਟ ਓ ਦੇ ਨਾਲ, ਸੌਰੀ ਇੱਥੇ ਓ ਆਉਣੀ ਸੀਗੀ, ਇਹਦੇ ਸਪੈਲ ਕੀ ਨੇ? ADOPT। ਇਹਦਾ ਮਤਲਬ ਹੈਗਾ ਅਡੈਪਟ। ਅਡੈਪਟ ਦਾ ਇਹਦਾ ਮਤਲਬ ਕੀ ਹੁੰਦਾ? ਗੋਦ ਲੈਣਾ, ਕਿਸੇ ਚੀਜ਼ ਨੂੰ ਜਾਂ ਕਿਸੇ ਪਰਸਨ ਨੂੰ ਕੀ ਆ? ਗੋਦ ਲੈ ਲੈਣਾ, ਉਹਨੂੰ ਅਸੀਂ ਕਹਿੰਦੇ ਆ ਅਡੈਪਟ। ਇਹਦਾ ਮਤਲਬ ਕੀ ਆ? ਦੀ ਰਜਨੀ ਸੇਜ਼ ਸ਼ੀ ਵਿਲ ਬੀ ਅਡੋਪਟ ਦਿਸ ਚਾਈਲਡ, ਉਹਨੇ ਕੀ ਆ? ਰਜਨੀ ਨੇ ਕਿਹਾ ਵੀ ਮੈਂ ਇਹ ਬੱਚੇ ਨੂੰ ਕੀ ਆ? ਗੋਦ ਲੈਣਾ ਚਾਹੁੰਦੀ ਆ। ਅਡੈਪਟ ਈ ਦੇ ਨਾਲ, ਜਿਹੜਾ ਅਡੋਪਟ ਆ ਉਹਦੇ ਵਿੱਚ ਕੀ ਆ? ਇਹਦਾ ਮਤਲਬ ਹੁੰਦਾ ਵਾ ਮਾਹਿਰ ਜਾਂ ਨਿਪੁੰਨ, ਕਿਸੇ ਚੀਜ਼ ਦੇ ਵਿੱਚ ਸਪੈਸ਼ਲਾਈਜ਼ ਹੋਣਾ। ਸ਼ੀ ਵਾਜ਼ ਅਡੈਪਟ ਇਨ ਪੇਂਟਿੰਗ, ਵੀ ਉਹ ਪੇਂਟਿੰਗ ਕਰਨ ਦੇ ਵਿੱਚ ਉਹਨੂੰ ਇਹ ਚੀਜ਼ ਵਧੀਆ ਲੱਗਦੀ ਹੈ ਜਾਂ ਉਹਦੇ ਵਿੱਚ ਮਾਹਿਰ ਆ। ਐਕਸੈਸ ਏ ਦੇ ਨਾਲ, ਜਿਹੜਾ ਐਕਸੈਸ ਆ ਉਹਦਾ ਮਤਲਬ ਕੀ ਆ? ਆਈ ਹੈਵ ਨੋ ਐਕਸੈਸ ਟੂ ਦ ਮਿਨਿਸਟਰਸ,
ਕਿਸੇ ਚੀਜ਼ ਦੇ ਉੱਤੇ ਜਾਂ ਕਹਿ ਦਿਓ ਪਹੁੰਚ ਹੋਣਾ ਜਾਂ ਕਿਸੇ ਤਰੀਕ ਤੱਕ ਪਹੁੰਚਣਾ, ਵੀ ਮੇਰੀ ਕੋਈ ਵੀ ਪਹੁੰਚ ਨਹੀਂ ਹੈਗੀ ਉਹ ਮੰਤਰੀ ਤੱਕ ਐਕਸੈਸ ਈ ਦੇ ਨਾਲ। ਇਹਦਾ ਮਤਲਬ ਕੀ ਹੁੰਦਾ, ਕਿਸੇ ਚੀਜ਼ ਤੋਂ ਵੱਧ ਕੇ, ਠੀਕ ਆ, ਜਾਂ ਕਿਸੇ ਚੀਜ਼ ਦੀ ਮਾਤਰਾ ਕੋਈ ਚੀਜ਼ ਤੋਂ ਵੱਧ ਕੇ ਲੈਣਾ। ਇਹਦਾ ਮਤਲਬ ਕੀ ਆ, ਐਕਸੈਸ ਆਫ ਟੂ ਦੀ ਐਵਰੀਥਿੰਗ ਇਜ਼ ਬੈਡ, ਕਿਸੇ ਚੀਜ਼ ਤੋਂ ਵੀ ਵੱਧ ਚਾਹੁਣਾ ਉਹ ਕੀ ਚੀਜ਼ ਆ, ਬੁਰੀ ਆਦਤ ਆ। ਨੈਕਸਟ ਇਜ਼ ਤੁਹਾਨੂੰ ਦੱਸਿਆ ਹੈ ਹੇਅਰ ਤੇ ਇੱਕ ਹੇਅਰ। ਆਹ ਹੇਅਰ ਕਿਹੜੇ ਹੁੰਦੇ ਆ, ਵਾਲ ਹੁੰਦੇ ਆ, ਤੇ ਆਹ ਹੇਅਰ ਕੀ ਆ, ਇੱਕ ਸਪਾਈਸ ਆ, ਇੱਕ ਕਿਸਮ ਆ ਕਿਹਦੀ, ਖਰਗੋਸ਼ ਦੀ। ਨੈਕਸਟ ਇਜ਼ ਐਡਵਾਈਸ, ਐਸ ਵਾਲਾ। ਐਡਵਾਈਸ ਦਾ ਮਤਲਬ ਕੀ ਆ, ਇਹਦਾ ਮਤਲਬ ਹੁੰਦਾ ਵਾ ਨਸੀਹਤ ਦੇਣੀ, ਕਿਸੇ ਨੂੰ ਨਸੀਹਤ ਦੇਣੀ, ਇਹਦਾ ਮਤਲਬ ਹੁੰਦਾ ਐਸ ਵਾਲੇ ਦਾ। ਹੀ ਐਡਵਾਈਸ ਮੀ ਟੂ ਵਰਕ ਹਾਰਡ, ਉਹਨੇ ਮੈਨੂੰ ਨਸੀਹਤ ਦਿੱਤੀ ਕਿ ਤੁਸੀਂ ਇਹ ਸਖਤ ਮਿਹਨਤ ਕਰੋ। ਐਡਵਾਈਸ ਇਹਦਾ ਮਤਲਬ ਹੁੰਦਾ ਨਸੀਹਤ, ਵੀ ਕਿਸੇ ਚੀਜ਼ ਤੋਂ ਤੁਸੀਂ ਨਸੀਹਤ ਦੇ ਰਹੇ ਹੋ, ਠੀਕ ਹੈ ਜੀ, ਯਾਨੀ ਕਿ ਜਦ ਤੁਹਾਨੂੰ ਕਿਸੇ ਨੇ ਨਸੀਹਤ ਦਿੱਤੀ। ਆਈ ਸ਼ੈਲ ਫੋਲੋ ਮਾਈ ਐਡਵਾਈਸ, ਮੈਂ ਸਿਰਫ ਆਪਣੀ ਹੀ ਐਡਵਾਈਸ ਨੂੰ ਫੋਲੋ ਕਰਦਾ ਵਾਂ। ਨੈਕਸਟ ਹੈਗਾ ਐਂਗਲ। ਹੁਣ ਇਹ ਐਂਗਲ ਦਾ ਮਤਲਬ ਕੀ ਹੋਇਆ, ਵੀ ਜਿਹੜਾ ਅਸੀਂ ਮੈਥ ਦੇ ਵਿੱਚ ਜਿਹੜੇ ਐਂਗਲਸ ਬਣਾਉਣੇ ਆ ਉਹ ਹੁੰਦਾ ਵਾ ਮੇਕ ਐਨ ਐਂਗਲ ਆਫ 30 ਡਿਗਰੀ। ਹੁਣ ਐਂਗਲ ਦੇ ਵਿੱਚ ਯਾਦ ਰੱਖਣਾ ਜਿਹਦੇ ਪਿੱਛੇ ਈ ਪਈ ਆ ਲਾਸਟ ਦੇ ਵਿੱਚ ਉਹ ਐਂਗਲ ਹੁੰਦਾ ਵਾ, ਤੇ ਜਿਹਦੇ ਵਿੱਚ ਈ ਅੰਦਰ ਹੋਵੇ ਉਹਦਾ ਮਤਲਬ ਕੀ ਹੁੰਦਾ, ਐਂਜਲ। ਤੇ ਨੈਕਸਟ ਕੀ ਆ, ਐਂਜਲ। ਐਂਜਲ ਦਾ ਮਤਲਬ ਹੁੰਦਾ ਦੇਵਦੂਤ। ਗਾਂਧੀ ਜੀ ਵਾਜ਼ ਅ ਐਂਜਲ ਆਫ ਪੀਸ, ਉਹ ਗਾਂਧੀ ਜੀ ਸ਼ਾਂਤੀ ਦੇ ਦੇਵਦੂਤ ਸੀਗੇ। ਨੈਕਸਟ ਹੈਗਾ ਇੰਸੀਡੈਂਸ। ਨੈਕਸਟ ਹੈਗਾ ਇੰਸੀਡੈਂਸ, INCDENT। ਇਹਦਾ ਮਤਲਬ ਕੀ ਹੋਇਆ, ਇੰਸੀਡੈਂਸ। ਇੰਸੀਡੈਂਸ ਦਾ ਮਤਲਬ ਕੀ ਹੁੰਦਾ ਵਾ, ਕਿਸੇ ਚੀਜ਼ ਦੇ ਉੱਤੇ ਜਾਂ ਤੁਸੀਂ ਕਹਿ ਦਿਓ ਕੋਈ ਘਟਨਾ ਵਾਪਰਨੀ। ਇਟ ਵਾਜ਼ ਅ ਵੈਰੀ ਸੈਡ ਇੰਸੀਡੈਂਸ ਆਫ ਮਾਈ ਲਾਈਫ, ਇਹ ਮੇਰੀ ਲਾਈਫ ਦੇ ਵਿੱਚ ਸਭ ਤੋਂ ਬੁਰੀ ਘਟਨਾ ਸੀਗੀ। ਅੱਗੇ ਹੈਗਾ ਐਕਸੀਡੈਂਟ। ਐਕਸੀਡੈਂਟ ਦਾ ਮਤਲਬ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਕੀ ਆ, ਦੁਰਘਟਨਾ। ਵੀ ਹੀ ਵਾਜ਼ ਕਿਲਡ ਇਨ ਆ ਬੱਸ ਐਕਸੀਡੈਂਟ, ਉਹ ਕੀ ਆ, ਉਹਦੀ ਮੌਤ ਹੋ ਗਈ ਉਹ ਬੱਸ ਐਕਸੀਡੈਂਟ ਦੇ ਵਿੱਚ। ਅੱਗੇ ਹੈਗਾ ਇਮੇਬਲ। ਇਮੇਬਲ ਦਾ ਮਤਲਬ ਹੁੰਦਾ ਵਾ ਪਿਆਰਾ, ਇਹ ਯਾਦ ਰੱਖਣਾ ਵੀ ਇਹਦਾ ਮਤਲਬ ਕੀ ਆ, ਪਿਆਰਾ ਹੁੰਦਾ ਵਾ। ਸ਼ੀ ਹੈਜ਼ ਅ ਇਮੇਬਲ ਨੇਚਰ, ਵੀ ਉਹਦਾ ਇੱਕ ਬੜਾ ਪਿਆਰਾ ਨੇਚਰ ਸੀ, ਹੈ। ਇਮੈਂਸੀਬਲ। ਇਮੈਂਸੀਬਲ ਦਾ ਮਤਲਬ ਕੀ ਹੁੰਦਾ ਵਾ, ਸ਼ਾਂਤੀਪੂਰਨ। ਹੁਣ ਇਹਦਾ ਮਤਲਬ ਯਾਦ ਰੱਖਣਾ, ਇਹਦਾ ਮਤਲਬ ਕੀ ਹੁੰਦਾ, ਸ਼ਾਂਤੀਪੂਰਨ, ਵੀ ਕਿਸੇ ਚੀਜ਼ ਦੇ ਉੱਤੇ ਪੀਸ ਕ੍ਰੀਏਟ ਕਰਨੀ। ਦੇ ਰੀਚਡ ਐਂਡ ਟੂ ਦੀ ਇਮੈਂਸੀਬਲ ਸੈਟਲਮੈਂਟ, ਅਸੀਂ ਜਦੋਂ ਉੱਥੇ ਆਏ ਤਾਂ ਉਹਨੇ ਇੱਕ ਜਿਹੜੀ ਵਧੀਆ ਤਰੀਕੇ ਨਾਲ ਸ਼ਾਂਤਮਈ ਢੰਗ ਦੇ ਨਾਲ ਉਹ ਸਾਰਾ ਚੀਜ਼ਾਂ ਸਮਝੌਤਾ ਖਤਮ ਕਰ ਦਿੱਤਾ। ਅੱਗੇ ਹੈਗਾ ਇਫੈਕਟ, ਏ ਦੇ ਨਾਲ। ਜਿਹੜਾ ਇਫੈਕਟ ਆ ਏ ਦੇ ਨਾਲ ਉਹਦਾ ਮਤਲਬ ਕੀ ਹੁੰਦਾ, ਪ੍ਰਭਾਵ, ਵੀ ਕਿਸੇ ਚੀਜ਼ ਦੇ ਉੱਤੇ ਪ੍ਰਭਾਵ ਪਾਉਣਾ। ਦੀ ਓਵਰਵਰਕ ਇਫੈਕਟਡ ਹਰ ਹੈਲਥ, ਵੀ ਜੇਕਰ ਅਸੀਂ ਜ਼ਿਆਦਾ ਕੰਮ ਕਰੀਏ ਤਾਂ ਉਹ ਸਾਡੀ ਸਿਹਤ ਦੇ ਉੱਤੇ ਇਫੈਕਟ ਕਰਦਾ ਵਾ। ਇੱਕ ਹੈਗਾ ਇਫੈਕਟ ਈ ਦੇ ਨਾਲ, ਮਾਈ ਐਡਵਾਈਸ। ਇਹਦਾ ਮਤਲਬ ਕੀ ਹੁੰਦਾ ਵਾ, ਕਿਸੇ ਕੋਈ ਪ੍ਰਭਾਵ ਪਾਉਣਾ, ਉਹਦਾ ਮਤਲਬ ਹੁੰਦਾ ਪ੍ਰਭਾਵ ਪਾਉਣਾ, ਇਹਦਾ ਮਤਲਬ ਹੁੰਦਾ ਪ੍ਰਭਾਵ ਇਫੈਕਟ ਦਾ। ਮਾਈ ਐਡਵਾਈਸ ਹੈਡ ਨੋ ਇਫੈਕਟ ਔਨ ਹਿਮ, ਮੇਰੀ ਐਡਵਾਈਸ ਨੇ ਉਹਦੇ ਉੱਤੇ ਕੋਈ ਪ੍ਰਭਾਵ ਨਹੀਂ ਪਾਇਆ। ਨੈਕਸਟ ਇਜ਼ ਆ ਦੱਸਿਆ ਕੋਡ। ਕੋਡ ਜਿਹੜਾ ਹੁੰਦਾ ਵਾ ਇੱਕ ਇੰਸਟਰੂਮੈਂਟ ਆ ਜਿਹੜਾ ਕਿ ਗਿਟਾਰ ਦੇ ਵਿੱਚ ਯੂਜ਼ ਹੁੰਦਾ ਵਾ। ਇੱਕ ਕੋਡ ਕੀ ਹੁੰਦੀ ਆ, ਵੀ ਜਿਹੜੀ ਵਾਇਰ ਹੁੰਦੀ ਆ, ਜਿਹੜੀ ਕਿ ਕੇਬਲਸ ਦੇ ਵਿੱਚ ਯੂਜ਼ ਹੁੰਦੀ ਹੈ। ਨੈਕਸਟ ਹੈਗਾ ਵਾ ਆਰਟੀਸਨ। ਆਰਟੀਸਨ ਦਾ ਮਤਲਬ ਕੀ ਹੁੰਦਾ, ਕਾਰੀਗਰ, ਠੀਕ ਹੈ ਜੀ। ਇਹਦਾ ਮਤਲਬ ਕੀ ਹੁੰਦਾ, ਕਾਰੀਗਰ, ਪਹਿਲੇ ਵਾਲਾ ਦਾ। ਦੀ ਆ ਬਲੈਕਸਮਿਥ ਇਜ਼ ਆ ਆਰਟੀਸ਼ਨ। ਆਰਟੀਸ਼ਨ ਹੁੰਦਾ ਵਾ ਬਲੈਕਸਮਿਥ ਦਾ ਮਤਲਬ ਵੀ ਜਿਹੜਾ ਲੋਹਾ ਕੁੱਟਣ ਵਾਲਾ ਜਾਂ ਲੋਹੇ ਦਾ ਕੰਮ ਕਰਦੇ ਹੁੰਦੇ ਆ ਉਹਨਾਂ ਨੂੰ ਕੀ ਕਿਹਾ ਜਾਂਦਾ ਵਾ, ਬਲੈਕਸਮਿਥ ਕਿਹਾ ਜਾਂਦਾ ਵਾ। ਉਹ ਇੱਕ ਆਰਟੀਸ਼ਨ ਆ, ਕਾਰੀਗਰ ਆ। ਆਰਟਿਸਟ, ਆਰਟਿਸਟ ਦਾ ਮਤਲਬ ਇਹਦਾ ਮਤਲਬ ਕੀ ਹੁੰਦਾ ਵਾ, ਕਲਾਕਾਰ। ਉਹ ਕਾਰੀਗਰ ਹੁੰਦਾ, ਇਹ ਕਲਾਕਾਰ ਹੁੰਦਾ ਵਾ। ਦੀ ਸਿੰਗਰ ਇਜ਼ ਐਨ ਆਰਟਿਸਟ, ਵੀ ਜਿਹੜਾ ਸਿੰਗਰ ਆ ਉਹ ਇੱਕ ਕਲਾਕਾਰ ਆ। ਨੈਕਸਟ ਹੈਗਾ ਬੇਲ। ਬੇਲ ਦਾ ਮਤਲਬ ਆਹ ਵਾਲੇ ਦਾ ਬੇਲ ਮਤਲਬ ਹੁੰਦਾ ਜ਼ਮਾਨਤ, ਇਹਦਾ ਮਤਲਬ ਹੁੰਦਾ ਜ਼ਮਾਨਤ, ਕਿਸੇ ਚੀਜ਼ ਦੇ ਉੱਤੇ ਬੇਲ ਮਿਲਣੀ। ਹੀ ਵਾਜ਼ ਰਿਲੀਜ਼ਡ ਔਨ ਬੇਲ, ਇਹਨੂੰ ਇੱਕ ਜ਼ਮਾਨਤ ਉੱਤੇ ਛੱਡਿਆ ਗਿਆ। ਇੱਕ ਹੈਗਾ ਬੇਲ, ਜਿਹੜਾ ਸੈਕਿੰਡ ਬੇਲ ਆ ਉਹਦਾ ਮਤਲਬ ਕੀ ਹੁੰਦਾ, ਗੱਠ, ਵੀ ਕਿਸੇ ਚੀਜ਼ ਦੇ ਉੱਤੇ ਗੱਠ ਮਾਰ ਦੇਣੀ। ਆਈ ਬਾਊਟ ਦੀਆਂ 2 ਬਿਲਸ ਔਨ ਕਾਟਨ, ਵੀ ਮੈਂ ਉਹ ਕਾਟਨ ਦੇ ਕੱਪੜੇ ਉੱਤੇ 2 ਗੱਠਾਂ ਮਾਰ ਦਿੱਤੀਆਂ। ਅੱਗੇ ਹੈਗਾ ਵਾ ਬੇਅਰ। ਬੇਅਰ ਦਾ ਮਤਲਬ ਕੀ ਹੁੰਦਾ, BARE, ਇਹਦਾ ਮਤਲਬ ਹੁੰਦਾ ਵਾ ਇਹਦਾ ਮਤਲਬ ਕੀ ਹੁੰਦਾ ਵਾ, ਨੰਗਾ, ਕਿਸੇ ਚੀਜ਼ ਨੂੰ ਨਿਗਟ ਕਰ ਦੇਣਾ। ਡੂ ਨਾਟ ਵਾਕ ਅਰਾਊਂਡ ਟੂ ਦੀ ਮੇਲ ਫੋਸਟ ਫੀਟ, ਵੀ ਕਦੇ ਵੀ ਤੁਸੀਂ ਨੰਗੇ ਪੈਰ ਸੈਰ ਨਾ ਕਰੋ। ਨੈਕਸਟ ਸਾਡੇ ਕੋਲ ਕੀ ਆ, ਨੈਕਸਟ ਹੈਗਾ ਬੀਅਰ। ਬੀਅਰ ਦਾ ਮਤਲਬ ਕਰ ਲੈਣਾ, ਇਹਦਾ ਮਤਲਬ ਹੁੰਦਾ ਸਹਿਣ, BEAR। ਇਹਦਾ ਮਤਲਬ ਕੀ ਹੁੰਦਾ ਵਾ, ਸਹਿਣ ਕਰ ਲੈਣਾ। ਆਈ ਕੈਨ ਨਾਟ ਬੀਅਰ ਦਿਸ ਇਨਸਲਟ ਮੀ, ਮੈਂ ਇਸ ਜਿਹੜੀ ਆਪਣੇ ਅਪਮਾਨ ਨੂੰ ਸਹਿਣ ਨਹੀਂ ਕਰ ਸਕਦਾ। ਨੈਕਸਟ ਹੈਗਾ ਬੈਟਲ। ਬੈਟਲ ਦਾ ਮਤਲਬ ਕੀ ਹੁੰਦਾ, ਲੜਾਈ ਜਾਂ ਛੋਟੀ ਲੜਾਈ। ਬੈਟਲ ਦਾ ਮਤਲਬ ਇਹਦਾ ਮਤਲਬ ਹੁੰਦਾ ਛੋਟੀ ਲੜਾਈ।
ਅਵਰ ਆਰਮੀ ਵੌਨ ਦੀ ਅ ਬੈਟਲ, ਵੀ ਜਿਹੜੀ ਸਾਡੀ ਸੈਨਾ ਸੀ ਉਹਨੇ ਇੱਕ ਛੋਟੀ ਜਿਹੀ ਲੜਾਈ ਜਿੱਤ ਲਈ। ਵਾਰ ਦਾ ਮਤਲਬ ਹੁੰਦਾ ਵੱਡੀ ਲੜਾਈ, ਠੀਕ ਹੈ ਜੀ, ਜਾਂ ਵੱਡਾ ਯੁੱਧ। ਦੀ ਵਰਲਡ ਇਜ਼ ਅ ਲਿਵਿੰਗ ਇਨ ਦੀ ਫੀਅਰ ਆਫ ਦੀ ਵਾਰ, ਵੀ ਜਿਹੜਾ ਸੰਸਾਰ ਆ ਉਹ ਕੀ ਆ, ਵੱਡੀ ਲੜਾਈ ਦੇ ਸਦਮੇ ਦੇ ਵਿੱਚ ਜੀ ਰਿਹਾ। ਨੈਕਸਟ ਹੈਗਾ ਬੌਰਨ, BORN, ਇਹਦਾ ਮਤਲਬ ਕੀ ਹੁੰਦਾ ਵਾ, ਜਨਮ ਲੈਣਾ। ਵੀ ਵੈਨ ਵਰ ਯੂ ਬੌਰਨ, ਵੀ ਤੁਸੀਂ ਕਿੱਥੇ ਜਨਮੇ ਸੀ। ਨੈਕਸਟ ਹੈਗਾ ਵਾ ਬੌਰਨ, BORNE, ਇਹਦਾ ਮਤਲਬ ਆ ਬੌਰਨ, ਇਹਦਾ ਮਤਲਬ ਹੁੰਦਾ ਸਹਿਣ ਕੀਤਾ, ਕਿਸੇ ਚੀਜ਼ ਨੂੰ ਟੋਲਰੇਟ ਕੀਤਾ। ਆਈ ਹੈਵ ਬੀਨ ਬੌਰਨ ਮੈਨੀ ਡਿਫੀਕਲਟੀਜ਼, ਮੈਂ ਕਈ ਡਿਫੀਕਲਟੀਜ਼ ਨੂੰ ਸਹਿਣ ਕੀਤਾ ਵਾ। ਨੈਕਸਟ ਆ ਦੱਸਿਆ ਹੈ ਬਿੱਟ, ਤੇ ਆ ਹੈਗਾ ਬਿੱਟ, ਇਹਦਾ ਮਤਲਬ ਕੀ ਹੁੰਦਾ ਵਾ, ਕਿਸੇ ਚਾਕੂ ਨੂੰ ਤਿੱਖਾ ਕਰਨ ਵਾਲੀ ਚੀਜ਼ ਜਾਂ ਕਿਸੇ ਚੀਜ਼ ਦੇ ਉੱਤੇ ਘਸਾਉਣਾ। ਤੇ ਇਹਦਾ ਬਿੱਟ ਦਾ ਮਤਲਬ ਕੀ ਹੁੰਦਾ, ਵੀ ਜਦੋਂ ਮੀਂਹ ਪੈਂਦੇ ਹੁੰਦੇ ਆ ਤਾਂ ਅਸੀਂ ਉਹਨੂੰ ਕੀ ਆ, ਸੁਕਾਉਣ ਦੇ ਲਈ ਬਾਹਰ ਰੱਖ ਦਿੰਦੇ ਹੁੰਦੇ ਹਾਂ। ਨੈਕਸਟ ਹੈਗਾ ਵਾ ਬ੍ਰਾਈਡਲ, ਬ੍ਰਾਈਡਲ ਦਾ ਮਤਲਬ ਕੀ ਹੁੰਦਾ ਵਾ, ਇਹਦਾ ਮਤਲਬ ਹੁੰਦਾ ਵਿਆਹ ਸੰਬੰਧੀ, ਜਿਵੇਂ ਕਿ ਵਿਆਹ ਦੇ ਵਿੱਚ ਜਿਵੇਂ ਗਰਲਸ ਨੂੰ ਸਜਾਇਆ ਜਾਂਦਾ ਵਾ ਤਾਂ ਉਹਨਾਂ ਲਈ ਬ੍ਰਾਈਡਲ ਯੂਜ਼ ਕੀਤਾ ਜਾਂਦਾ। ਸ਼ੀ ਹੈਜ਼ ਬੀਨ ਗੋਜ਼ ਟੂ ਦੀ ਬ੍ਰਾਈਡਲ ਮੇਕਅਪ, ਵੀ ਉਹਨੇ ਜਿਹੜਾ ਸ਼ਾਦੀ ਵਾਲਾ ਸ਼ਿੰਗਾਰ ਕੀਤਾ। ਨੈਕਸਟ ਹੈਗਾ ਬ੍ਰਾਈਡਲ, ਇਹਦਾ ਬ੍ਰਾਈਡਲ ਦਾ ਮਤਲਬ ਕੀ ਹੁੰਦਾ, ਘੋੜੇ ਦੀ ਲਗਾਮ। ਇਹ ਜਿਵੇਂ ਘੋੜੇ ਦੇ ਉੱਤੇ ਜਿਹੜੀ ਇੱਕ ਬੰਨਿਆ ਹੁੰਦਾ ਵਾ ਪੱਟਾ ਜਿਹਾ, ਜਿਹੜਾ ਉਹਨੂੰ ਰੋਕਣ ਜਾਂ ਉਹਨੂੰ ਕੰਟਰੋਲ ਕਰਨ ਦੇ ਵਿੱਚ ਹੈਲਪ ਰੱਖਦਾ ਵਾ। ਕੈਨ ਯੂ ਬ੍ਰਾਈਡਲ ਦਿਸ ਹਾਰਸ, ਕੀ ਤੁਸੀਂ ਇਸ ਘੋੜੇ ਦੀ ਲਗਾਮ ਨੂੰ ਕੰਟਰੋਲ ਕਰ ਸਕਦੇ ਹੋ। ਨੈਕਸਟ ਹੈਗਾ ਵਾ ਬਰਥ, ਬਰਥ ਦਾ ਮਤਲਬ ਕੀ ਹੁੰਦਾ, ਜਨਮ, ਠੀਕ ਹੈ ਜੀ, ਕਿਸੇ ਚੀਜ਼ ਦਾ ਜਨਮ ਹੋਣਾ ਜਾਂ ਕਿਸੇ ਬੰਦੇ ਦਾ ਜਨਮ ਹੋਣਾ। ਵਟ ਇਜ਼ ਯੂਅਰ ਡੇਟ ਆਫ ਬਰਥ, ਵੀ ਤੁਹਾਡੀ ਡੇਟ ਆਫ ਬਰਥ ਕੀ ਆ। ਨੈਕਸਟ ਹੈਗਾ ਬਰਥ, ਆਹ ਵਾਲਾ ਬਰਥ ਹੁੰਦਾ ਵਾ ਗੱਡੀ ਦੇ ਵਿੱਚ ਸੌਣ ਵਾਲੀ ਥਾਂ, ਜਿਵੇਂ ਅਸੀਂ ਕਹਿੰਦੇ ਵੀ ਸਪੇਸ ਹੁੰਦੀ ਆ ਟ੍ਰੇਨਸ ਦੇ ਵਿੱਚ, ਇਹ ਆਉਂਦਾ ਜਦੋਂ ਤੁਸੀਂ ਧਿਆਨ ਦਿਓ ਤਾਂ ਟਿਕਟ ਦੇ ਉੱਤੇ ਲਿਖਿਆ ਹੁੰਦਾ ਬਰਥ ਨੰਬਰ, ਤੁਹਾਡਾ ਸੌਣ ਦੀ ਜਗ੍ਹਾ। ਆਈ ਗॉट ਅ ਬਰਥ ਇਨ, ਇੱਥੇ ਆਉਣਾ ਸੀ ਇਨ ਦਾ ਟ੍ਰੇਨ, ਵੀ ਉਹ ਟ੍ਰੇਨ ਦੇ ਅੰਦਰ ਮੇਰੀ ਸੌਣ ਵਾਲੀ ਜਗ੍ਹਾ ਕਿੱਥੇ ਹੈ। ਬ੍ਰੇਕ, ਆਹ ਵਾਲਾ ਬ੍ਰੇਕ, ਇਹਦਾ ਮਤਲਬ ਕੀ ਹੁੰਦਾ ਵਾ, ਰੋਕਣਾ ਕਿਸੇ ਚੀਜ਼ ਨੂੰ ਜਾਂ ਤੋੜਨਾ, ਠੀਕ ਹੈ ਜੀ, ਇਹਦਾ ਮਤਲਬ ਕੀ ਹੁੰਦਾ ਤੋੜਨਾ ਬ੍ਰੇਕ ਦਾ। ਯੂ ਸ਼ੁੱਡ ਨਾਟ ਟੂ ਵੀ ਬ੍ਰੇਕ ਦੀ ਰੂਲਸ, ਵੀ ਤੁਸੀਂ ਆਹ ਰੂਲ ਨੂੰ ਨਹੀਂ ਤੋੜ ਸਕਦੇ। ਆਹ ਬ੍ਰੇਕ ਕਿਹੜੇ ਹੁੰਦੇ ਆ, ਜਿਹੜੇ ਆਮ ਗੱਡੀਆਂ ਦੇ ਵਿੱਚ ਲੱਗੇ ਹੁੰਦੇ, ਜਿਹੜੇ ਅਸੀਂ ਉਹ ਬ੍ਰੇਕ ਮਾਰ ਦਿੰਦੇ ਹਾਂ ਜਾਂ ਰੋਕ। ਦੀ ਬ੍ਰੇਕਸ ਆਫ ਮਾਈ ਬਾਈਕ ਡਜ਼ ਨਾਟ ਵਰਕ, ਵੀ ਜਿਹੜਾ ਮੇਰੇ ਬਾਈਕ ਦੇ ਬ੍ਰੇਕ ਨੇ ਉਹ ਕਦੇ ਵਰਕ ਨਹੀਂ ਕਰ ਰਹੇ। ਨੈਕਸਟ ਹੈਗਾ ਵਾ ਕੈਨਨ, ਕੈਨਨ, ਆਹ ਵਾਲੇ ਕੈਨਨ ਦਾ ਮਤਲਬ ਕੀ ਆ, CANON, ਇਹਦਾ ਕੈਨਨ ਦਾ ਮਤਲਬ ਹੁੰਦਾ ਵਾ ਤੋਪ, ਇਹਦਾ ਮਤਲਬ ਹੁੰਦਾ ਇਹਦਾ ਕੈਨਨ ਦਾ ਮਤਲਬ ਕੀ ਸੀਗਾ, CANON, ਕੈਨਨ ਦਾ ਮਤਲਬ ਹੁੰਦਾ ਆਦਰਸ਼, ਕਿਸੇ ਚੀਜ਼ ਦਾ ਆਦਰਸ਼, ਜਿਵੇਂ ਕੈਨਨ ਦੇ ਪ੍ਰਿੰਟਰ ਆਉਂਦੇ ਆ ਤਾਂ ਉਹਦਾ ਮਤਲਬ ਹੁੰਦਾ ਆਦਰਸ਼। ਇਟ ਇਜ਼ ਅਗੇਂਸਟ ਦੀ ਕੈਨਨਸ ਆਫ ਦੀ ਮੋਰੈਲਿਟੀ, ਇਹ ਜਿਹੜੇ ਵੀ ਸਿਧਾਂਤ ਜਾਂ ਕੋਈ ਵੀ ਰੂਲ ਬਣੇ ਨੇ ਸਾਡੇ ਆਦਰਸ਼ ਯਾਨੀ ਕਿ ਨੈਤਿਕਤਾ ਦੇ ਆਦਰਸ਼ ਤੋਂ ਵਿਰੁੱਧ ਨੇ। ਨੈਕਸਟ ਹੈਗਾ ਕਾਨੂੰਨ, ਕਾਨੂੰਨ ਦਾ ਮਤਲਬ ਕੀ ਹੁੰਦਾ, ਤੋਪ, ਵੀ ਤੱਤੇ ਹੋੜਾ ਤੋਪ ਪੱਪਾ, ਤੋਪ, ਵੀ ਜਿਹੜੀ ਅਸੀਂ ਤੋਪ ਨੂੰ ਯੂਜ਼ ਕਰਦੇ ਹਾਂ ਫਾਇਰ ਕਰਨ ਦੇ ਲਈ। ਹੀ ਵਾਸ ਟੂ ਦੀ ਕਿਲਡ ਬਾਈ ਦੀ ਕੈਨੋਨ ਬਾਲ, ਵੀ ਜਿਹੜੀ ਤੋਪ ਦੇ ਗੋਲੇ ਦੀ ਜਿਹੜੀ ਬਾਲ ਨਿਕਲਦੀ ਆ ਉਹਦੇ ਨਾਲ ਉਹ ਮਰ ਗਿਆ। ਕੈਨਵਸ, ਨੈਕਸਟ ਹੈਗਾ ਕੈਨਵਸ, ਹੁਣ ਇਹ ਕੈਨਵਸ ਦਾ ਤੁਹਾਨੂੰ ਪਤਾ ਹੋਊਗਾ ਖੁਰਦਲਾ ਕੱਪੜਾ ਜਿਹੜਾ ਹੁੰਦਾ ਵਾ, ਇੱਕ ਖੁਰਦਲਾ ਮੋਟਾ ਕੱਪੜੇ ਨੂੰ ਕਿਹਾ ਜਾਂਦਾ ਕੈਨਵਸ। ਹੀ ਇਜ਼ ਅ ਗੁੱਡ ਐਟ ਕੈਨਵਸ ਪੇਂਟਿੰਗ, ਵੀ ਉਹ ਜਿਹੜਾ ਕੈਨਵਸ ਜਿਹੜਾ ਅਸੀਂ ਲਗਾਇਆ ਹੁੰਦਾ ਵਾ ਕੱਪੜਾ ਜਿਹਾ ਜਿਹਦੇ ਉੱਤੇ ਅਸੀਂ ਪੇਂਟ ਕਰ ਦਿੰਦੇ ਹਾਂ, ਉਹਦੇ ਵਿੱਚ ਉਹ ਬਹੁਤ ਚੰਗਾ ਵਾ। ਨੈਕਸਟ ਹੈਗਾ ਕੈਨਵਾਸ, ਕੈਨਵਾਸ ਕੀ ਹੁੰਦਾ ਵਾ, ਹੀ ਵਾਸ ਕੈਨਵਸ, ਕੈਨਵਸ ਦਾ ਮਤਲਬ ਕੀ ਹੁੰਦਾ, ਵੀ ਕਿਸੇ ਚੀਜ਼ ਨੂੰ, ਕਿਸੇ ਬੰਦੇ ਨੂੰ ਮਨਾ ਲੈਣਾ ਕਿਸੇ ਵੀ ਚੀਜ਼ ਦੇ ਲਈ। ਹੀ ਵਾਸ ਟੂ ਦੇ ਕਨਵਿੰਸਿੰਗ ਫॉर ਵੋਟਸ, ਉਹਨੇ ਉਹਨੂੰ ਵੋਟ ਕਰਨ ਦੇ ਲਈ ਮਨਾ ਲਿਆ। ਨੈਕਸਟ ਹੈਗਾ ਵਾ ਕੈਰੀਅਰ, ਕੈਰੀਅਰ ਦਾ ਮਤਲਬ ਕੀ ਆ, ਇਹਦਾ ਮਤਲਬ ਕੀ ਹੁੰਦਾ ਵਾਹਕ, ਕੈਰੀਅਰ, CARRIER, ਇਹਦਾ ਮਤਲਬ ਕੀ ਹੁੰਦਾ ਵਾ ਕੈਰੀਅਰ, ਵੀ ਜਿਹੜਾ ਕਿਸੇ ਚੀਜ਼ ਦਾ ਵਾਹਕ ਯਾਨੀ ਕਿ ਕਿਸੇ ਚਲਾਉਣ ਵਾਲਾ ਬੰਦਾ। ਦੀ ਆ ਸਾਈਕਲ ਹੈਜ਼ ਏ ਨੋ ਕੈਰੀਅਰ, ਵੀ ਜਿਹੜਾ ਸਾਈਕਲ ਆ ਇਹਦੇ ਵਿੱਚ ਕੋਈ ਵੀ ਕੈਰੀਅਰ ਨਹੀਂ ਹੈਗਾ। ਨੈਕਸਟ ਹੈਗਾ ਕੈਰੀਅਰ, ਕੈਰੀਅਰ ਦਾ ਇਹਦਾ ਮਤਲਬ ਤੁਹਾਨੂੰ ਪਤਾ ਹੀ ਹੋਊਗਾ ਸਾਡਾ ਕੀਤਾ ਜਾਂ ਸਾਡਾ ਪ੍ਰੋਫੈਸ਼ਨ, ਠੀਕ ਹੈ ਜੀ। ਹੀ ਵਾਸ ਅ ਸਕਸੈਸਫੁਲ ਇਨ ਹਿਸ ਕਰੀਅਰ, ਵੀ ਜਿਹੜਾ ਉਹਦਾ ਕਰੀਅਰ ਸੀਗਾ ਉਹਦੇ ਵਿੱਚ ਉਹ ਕੀ ਆ, ਸਕਸੈਸਫੁਲ ਹੋ ਗਿਆ। ਇਹ ਸੀਗੇ ਅੱਜ ਦੇ 20 ਵਰਡਸ। ਜਿਹੜਾ ਨੈਕਸਟ ਸੈਸ਼ਨ ਹੋਏਗਾ ਉਹਦੇ ਵਿੱਚ ਅਸੀਂ ਨੈਕਸਟ ਜਿਹੜੇ 20 ਕਨਫਿਊਜ਼ਿੰਗ ਪੇਅਰਸ ਹੋਣਗੇ ਉਹ ਆਉਣਗੇ, ਅਤੇ ਮੈਂ ਉਸੇ ਸੈਸ਼ਨ ਦੇ ਵਿੱਚ ਤੁਹਾਨੂੰ ਦੱਸਾਂਗਾ ਵੀ ਇਹ ਕਿਸ ਤਰੀਕੇ ਨਾਲ ਤੁਹਾਨੂੰ ਇਨ ਐਗਜ਼ਾਮ ਦੇ ਵਿੱਚ ਆਉਂਦੇ ਆ ਅਤੇ ਤੁਸੀਂ ਕਿਸ ਤਰੀਕੇ ਨਾਲ ਇਹਨਾਂ ਨੂੰ ਯੂਜ਼ ਕਰਨੇ ਆ ਅਤੇ ਕਿਸ ਤਰੀਕੇ ਨਾਲ ਫੁੱਲ ਮਾਰਕਸ ਲੈਣੇ ਆ। ਅਤੇ ਟਰਾਈ ਕਰਨਾ ਵੀ ਇਹਨਾਂ ਨੂੰ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਟਰਾਂਸਲੇਸ਼ਨ ਦੱਸੀ ਹੈ, ਮੈਂ ਇਹਦੇ ਵਿੱਚ ਲਿਖਿਆ ਨਹੀਂ ਹੈਗਾ, ਤਾਂ ਤੁਸੀਂ ਆਪਣੀ ਕਾਪੀਜ਼ ਦੇ ਉੱਤੇ ਜ਼ਰੂਰ ਲਿਖ ਸਕਦੇ ਹੋ। ਇਹਨੂੰ ਐਜ਼ ਇਟ ਇਜ਼ ਕਾਪੀ ਦੇ ਉੱਤੇ ਲਿਖਣਾ ਵਾ, ਅਤੇ ਇਹਦੇ ਜਿਹੜੇ ਮੀਨਿੰਗਸ ਨੇ ਉਹਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਇਹ ਤੁਹਾਡੇ ਫਾਈਨਲ ਐਗਜ਼ਾਮ ਦੇ ਵਿੱਚ ਜ਼ਰੂਰ ਆਉਣਗੇ। ਇਹ 4 ਮਾਰਕਸ ਦੇ ਜਿਹੜੇ 4 ਜਾਂ 5 ਮਾਰਕਸ ਦੇ ਵਿੱਚ ਤੁਹਾਨੂੰ ਆਉਂਦੇ ਹੁੰਦੇ ਆ।
ਫਾਈਨਲ ਐਗਜ਼ਾਮ ਦੇ ਵਿੱਚ ਬੜੀ ਈਜ਼ੀ ਹੁੰਦੇ ਆ, ਬਟ ਤੁਹਾਨੂੰ ਕੀ ਹੈ ਇਹਦੀ ਰਿਵੀਜ਼ਨ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਵੈਰੀ ਯੂਜ਼ਫੁਲ ਥਿੰਗਸ ਨੇ ਤੁਹਾਡੇ ਲਈ ਵੀ। ਜੇਕਰ ਤੁਸੀਂ ਇਹ ਵਰਡਸ ਯਾਦ ਕਰ ਲੈਂਦੇ ਹੋ ਤਾਂ ਤੁਹਾਨੂੰ ਕਈ ਚੀਜ਼ਾਂ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਉਹ ਸੌਰਟ ਆਊਟ ਹੋ ਜਾਣਗੀਆਂ। ਜੇਕਰ ਤੁਹਾਨੂੰ ਇਹ ਸੈਸ਼ਨ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਜ਼ਰੂਰ ਕਰੋ। ਜੇਕਰ ਮੇਰੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲੋ, ਅਤੇ ਹੋਰ ਜਣਿਆਂ ਨਾਲ ਵੀ ਇਹ ਸ਼ੇਅਰ ਕਰੋ। ਥੈਂਕਸ ਨਾਟ ਵਾਚਿੰਗ ਫॉर ਮਾਈ ਸੈਸ਼ਨ।